ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਦੋਸਤੋ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਅੱਜ ਪੂਰੇ ਪੰਜਾਬ ਦੇ ਵਿੱਚ ਚੋਖੀ ਗਰਮੀ ਸੀ। ਮੌਸਮ ਵਿਭਾਗ ਦੇ ਵੱਲੋਂ ਜੋ ਭਵਿੱਖਬਾਣੀ ਕੀਤੀ ਗਈ ਸੀ ਬਿਲਕੁਲ ਉਸੇ ਤਰੀਕੇ ਦੇ ਨਾਲ ਅੱਜ ਮੌਸਮ ਰਿਹਾ। ਦਿਨ ਦੇ ਵੇਲੇ ਤਿੱਖੀ ਧੁੱਪ, ਪਰ ਜੋ ਅੰਦਾਜ਼ਾ ਪੇਸ਼ ਕੀਤਾ ਗਿਆ ਸੀ ਕਿ ਰਾਤ ਦੇ ਵੇਲੇ ਥੋੜ੍ਹੀ ਜਿਹੀ ਠੰਡ ਹੋਊਗੀ, ਉਹ ਰਾਤ ਦੇ ਵੇਲੇ ਠੰਡ ਵੀ ਸੀ ਕੁਝ ਹੱਦ ਤੱਕ ਜਲੰਧਰ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਵਿੱਚ। ਪਰ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਆਉਂਦੇ ਕੁਝ ਦਿਨ ਪੰਜਾਬ ਦੇ ਵਿੱਚ ਤਿੱਖੜ ਦੁਪਹਿਰ ਵਾਲੇ ਰਹਿਣੇ ਆ। 25 ਜੁਲਾਈ ਤੋਂ ਬਾਅਦ ਪੰਜਾਬ ਦੇ ਵਿੱਚ ਮੌਨਸੂਨ ਨੇ ਫਿਰ ਸਰਗਰਮ ਹੋਣਾ ਤੇ ਕਈ ਥਾਵਾਂ ਦੇ ਉੱਤੇ ਮੋਹਲੇ ਧਾਰ ਮੀਂਹ ਵਰਨ ਦੀ ਭਵਿੱਖਬਾਣੀ ਕੀਤੀ ਗਈ ਹੈ। ਬਾਕੀ ਵਕਤ ਦੱਸੂ ਕਿ ਇਹਦੇ ਵਿੱਚੋਂ ਕਿੰਨੀ ਕੁ ਗੱਲ ਸਹੀ ਨਿਕਲਦੀ ਹੈ ਤੇ ਕਿੰਨੀ ਕੁ ਗਲਤ, ਇਹ ਵਕਤ ਨੇ ਆਪੇ ਬਿਆਨ ਕਰ ਦੇਣਾ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਬੜਾ ਕੁਝ ਬਿਆਨ ਕਰਦੀ ਆ। ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਸਾਡੇ ਹਲਕੇ ਦੇ ਕੰਮ ਨਹੀਂ ਹੁੰਦੇ, ਸਾਡੇ ਹਲਕੇ ਦੇ ਵਿਧਾਇਕ ਨੇ, ਸਾਡੇ ਹਲਕੇ ਦੇ ਮੈਂਬਰ ਪਾਰਲੀਮੈਂਟ ਨੇ, ਸਾਡੇ ਹਲਕੇ ਦੇ ਕੋਈ ਵੀ ਹੋਰ ਨੇਤਾ ਹੈਗਾ, ਉਹਨੇ ਕੋਈ ਸਾਡੇ ਨਾਲ ਕੀਤੇ ਗਏ ਵਾਅਦੇ ਦੇ ਮੁਤਾਬਕ ਕੰਮ ਨਹੀਂ ਕੀਤਾ। ਪਰ ਸੋਚਣਾ ਵਿਚਾਰਨਾ ਇਹ ਬਣਦਾ ਕਿ ਜੇਕਰ ਇੱਕ ਸਾਬਕਾ ਮੰਤਰੀ, ਉਹ ਭਾਵੇਂ ਸੂਬੇ ਦਾ ਹੋਵੇ ਜਾਂ ਕੇਂਦਰ ਦਾ ਹੋਵੇ, ਜਾਂ ਜਿਹੜਾ ਇੱਕ ਸਾਬਕਾ ਵਿਧਾਇਕ ਹੋਵੇ ਜਾਂ ਜਿਹੜਾ ਵਰਤਮਾਨ ਵਿਧਾਇਕ ਹੋਵੇ, ਉਹਦੇ ਕਹੇ ਦੇ ਉੱਤੇ ਉਹਦੀ ਪਾਰਟੀ ਦੇ ਵੱਲੋਂ ਕੰਮ ਨਹੀਂ ਕੀਤਾ ਜਾਂਦਾ, ਤਾਂ ਫਿਰ ਤੁਹਾਡੇ ਮੇਰੇ ਕਹੇ ਦੇ ਉੱਤੇ ਕੰਮ ਕਿਹਨੇ ਕਰਨਾ? ਇਹਦੇ ਬਾਬਤ ਅੱਜ ਦੀ ਖਬਰ ਬਹੁਤ ਵੱਡਮੁੱਲੀ ਜਾਣਕਾਰੀ ਦਿੰਦੀ ਆ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸ਼ਿਕਾਇਤ ਪੱਤਰ ਭੇਜਿਆ ਗਿਆ, ਜਿਹਦੇ ਵਿੱਚ ਉਹਨੇ ਬੜੇ ਉਲਾਂਭੇ ਵੀ ਦਿੱਤੇ ਆ। ਉਹਨੇ ਬੜੀਆਂ ਵੱਡੀਆਂ ਸ਼ਿਕਾਇਤਾਂ ਵੀ ਕੀਤੀਆਂ ਕਿ ਅੰਮ੍ਰਿਤਸਰ ਦੇ ਵਿੱਚ ਮੇਰਾ ਪੂਰਬੀ ਵਿਧਾਨ ਸਭਾ ਹਲਕਾ ਹੈਗਾ ਤੇ ਇਹਦੇ ਵਿੱਚ ਜਿਹੜੇ ਵਾਅਦੇ ਕੀਤੇ ਗਏ ਸੀ, ਜਿਹੜੇ ਵਿਕਾਸ ਦੇ ਕੰਮਾਂ ਵਾਸਤੇ ਗ੍ਰਾਂਟ ਜਾਰੀ ਹੋਈ ਸੀ, ਉਹਦੇ ਵਿੱਚੋਂ ਇੱਕ ਦੁੱਕੀ ਹਾਲੇ ਤੱਕ ਨਹੀਂ ਖਰਚੀ ਗਈ। ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਕੈਪਟਨ ਸਾਹਿਬ ਤੁਸੀਂ 5 ਪੁਲਾਂ ਦੀ ਗੱਲ ਕੀਤੀ ਸੀ ਇੰਨੇ 100 ਕਰੋੜ ਰੁਪਏ ਦੇ ਵਿੱਚ। ਉਹਨਾਂ ਅੰਮ੍ਰਿਤਸਰ ਦੇ 5 ਪੁਲਾਂ ਦੇ ਵਿੱਚੋਂ 2 ਬਣਨੇ ਸੀਗੇ ਮੇਰੇ ਹਲਕੇ ਪੂਰਬੀ ਦੇ ਵਿੱਚ, ਪਰ ਉੱਥੇ ਪੁਲ ਤਾਂ ਕੀ ਸ਼ੁਰੂ ਹੋਣਾ, ਉੱਥੇ ਇੱਕ ਟੰਬਾ ਨਹੀਂ ਕੋਈ ਗੱਡ ਕੇ ਆਇਆ, ਉੱਥੇ ਇੱਕ ਇੱਟ ਨਹੀਂ ਲੱਗੀ, ਉੱਥੇ ਕਿਸੇ ਨੇ ਸੋਚਿਆ ਨਹੀਂ ਵੀ ਇਸ ਥਾਂ ਦੇ ਉੱਤੇ ਪੁਲ ਬਣਾਉਣਾ। ਇਹ ਗੱਲਾਂ ਸਿਰਫ ਕਹਿਣ ਦੀਆਂ ਹੋ ਕੇ ਰਹਿ ਗਈਆਂ। ਜੇਕਰ ਨਵਜੋਤ ਸਿੰਘ ਸਿੱਧੂ ਵਰਗਾ, ਜਿਹਦੀ ਕਿ ਸਰਕਾਰੀ ਦਰਬਾਰੇ ਚੱਲਦੀ ਵੀ ਆ, ਭਾਵੇਂ ਅੱਗੇ ਨਾਲੋਂ ਘੱਟ ਚੱਲਦੀ ਹੋਵੇ ਹੁਣ, ਜਿਹਦੀ ਕਿ ਹਾਈ ਕਮਾਨ ਤੱਕ ਵੀ ਪਹੁੰਚ ਆ, ਜਿਹੜਾ ਕਿ ਪੰਜਾਬ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਵੀ ਹੈ, ਜਿਹੜਾ ਕਿ ਇਸ ਵਕਤ ਵਰਤਮਾਨ ਵਿਧਾਇਕ ਵੀ ਹੈ, ਜਿਹਦੀ ਘਰਵਾਲੀ ਵੀ ਵਿਧਾਇਕਾ ਰਹੀ ਹੈ, ਸੋ ਜੇਕਰ ਉਹਨਾਂ ਦੇ ਟੱਬਰ ਦੇ ਕਹੇ ਦੇ ਉੱਤੇ ਉਹਨਾਂ ਦੇ ਹਲਕੇ ਦੇ ਵਿੱਚ ਕੰਮ ਨਹੀਂ ਹੁੰਦੇ ਤਾਂ ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਜਿਹੜੇ ਬਾਕੀ ਵੱਖ-ਵੱਖ ਪਾਰਟੀਆਂ ਦੇ ਵਿਧਾਇਕ ਆ ਉਹਨਾਂ ਦੇ ਹਲਕਿਆਂ ਦੇ ਵਿੱਚ ਕਿੰਨਾ ਕੁ ਕੰਮ ਹੁੰਦਾ ਹੋਊਗਾ। ਸਾਨੂੰ ਬਹੁਤ ਸਾਰੇ ਉਲਾਂਭੇ ਹੁੰਦੇ ਆ, ਹੋਣੇ ਵੀ ਚਾਹੀਦੇ ਆ। ਅਸੀਂ ਵੋਟਾਂ ਪਾ ਕੇ ਇਹਨਾਂ ਲੋਕਾਂ ਨੂੰ ਵਿਧਾਨ ਸਭਾ ਦੇ ਵਿੱਚ ਭੇਜਿਆ, ਪਰ ਜਦੋਂ ਆਮ ਆਦਮੀ ਪਾਰਟੀ ਵਾਲੇ ਜਾਂ ਅਕਾਲੀ ਦਲ ਦੇ ਲੋਕ ਇਹ ਗੱਲ ਕਹਿੰਦੇ ਆ ਕਿ ਸਾਡੀ ਨਹੀਂ ਉੱਥੇ ਕੋਈ ਪੁੱਛਦਾ, ਸਾਨੂੰ ਕੋਈ ਨਹੀਂ ਉੱਥੇ ਸਿਆਣਦਾ, ਸਾਡੇ ਹਲਕੇ ਦੇ ਨਾਲ ਵਿਤਕਰਾ ਕੀਤਾ ਜਾਂਦਾ, ਉਦੋਂ ਮੇਰੇ ਮਨ ਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਆਉਂਦੇ ਵੀ ਸ਼ਾਇਦ ਇਹ ਰਾਜਨੀਤੀ ਤੋਂ ਪ੍ਰੇਰਿਤ ਗੱਲਾਂ, ਇਹਦੇ ਵਿੱਚ ਕੋਈ ਸੱਚਾਈ ਨਹੀਂ ਹੋਣੀ। ਪਰ ਜਦੋਂ ਅੱਜ ਆਪਣੀ ਹੀ ਪਾਰਟੀ ਦਾ ਨੇਤਾ ਇਹ ਗੱਲ ਕਹਿ ਰਿਹਾ ਵੀ ਮੇਰੇ ਨਹੀਂ ਹਲਕੇ ਦੇ ਵਿੱਚ ਇੱਕ ਇੱਟ ਲੱਗਦੀ ਤੇ ਮੈਂ ਕਿਹਨੂੰ ਚੰਗਾ ਕਹਾਂ ਤੇ ਕਿਹਨੂੰ ਮਾੜਾ ਕਹਾਂ, ਤਾਂ ਗੱਲ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ ਕਿ ਜਿਹੜੇ ਲੋਕ ਚਹੇਤੇ ਆ ਜਾਂ ਜਿਹੜੇ ਲੋਕ ਆਲੇ ਦੁਆਲੇ ਘੁੰਮਦੇ ਆ, ਸਿਰਫ ਉਹਨਾਂ ਦੇ ਹਲਕਿਆਂ ਦੇ ਵਿੱਚ ਵਿਕਾਸ ਦੇ ਕੰਮ ਹੁੰਦੇ ਆ, ਪਰ ਜਿਹੜੇ ਘੁੰਮਦੇ ਆ, ਜਿਹੜੇ ਚਾਪਲੂਸੀ ਕਰਦੇ ਆ, ਉਹਨਾਂ ਨੂੰ ਵਿਕਾਸ ਵੈਸੇ ਨਹੀਂ ਚੇਤੇ ਰਹਿੰਦਾ, ਉਹ ਆਪਣੇ ਹੋਰ ਵਿਕਾਸ ਦੇ ਲਈ ਗੇੜੇ ਕੱਢਦੇ ਰਹਿੰਦੇ ਆ। ਸੋ ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਪੰਜਾਬ ਨੂੰ ਬਚਾਇਆ ਜਾਵੇ, ਪੰਜਾਬ ਨੂੰ ਸੰਵਾਰਿਆ ਜਾਵੇ। ਕੱਲੇ ਹਲਕੇ ਦੇ ਵਿੱਚ ਜੋ ਕੰਮ ਰਹਿੰਦੇ ਆ ਉਹ ਪਹਿਲ ਦੇ ਆਧਾਰ ਦੇ ਉੱਤੇ ਕੀਤੇ ਜਾਣ। ਇਹ ਕਿਸੇ ਨੇ ਸੁੱਖਿਆ ਨਹੀਂ ਆ ਕਿ ਆਪਾਂ 4 ਸਾਲਾਂ ਬਾਅਦ ਹੀ ਕੰਮ ਸ਼ੁਰੂ ਕਰਨੇ ਆ, ਕਿਉਂਕਿ ਲੋਕਾਂ ਨੂੰ ਵੀ ਅਖੀਰਲੇ ਵਰ੍ਹੇ ਦੇ ਵਿੱਚ ਹੀ ਗੱਲਾਂ ਚੇਤੇ ਰਹਿਣੀਆਂ। ਆਪਾਂ ਕਦੇ ਨਾ ਕਦੇ ਸੱਚੀ ਮੁੱਚੀ ਸੱਚੇ ਦਿਲੋਂ ਪੰਜਾਬ ਦੇ ਪ੍ਰਤੀ ਜਵਾਬਦੇਹ ਵੀ ਹੋਗੇ। ਇੱਕ ਵਾਰ ਹਾਰ ਵੀ ਜਾਵਾਂਗੇ, ਲੋਕ ਹਰਾ ਦੇਣ, ਇਹ ਲੋਕਾਂ ਦੀ ਗਲਤੀ ਹੋਊਗੀ, ਪਰ ਆਪਾਂ ਜੇਕਰ ਨਿੱਠ ਕੇ 5 ਸਾਲ ਕੰਮ ਕਰਕੇ ਦਿਖਾਈਏ ਤਾਂ ਉਹਨਾਂ 5 ਸਾਲਾਂ ਦੇ ਵਿੱਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਕਿਉਂ ਨਾ ਹੋਵੇ, ਸ਼ਾਇਦ ਪੰਜਾਬ ਉਹ ਬਣ ਜੇ ਜਿਹਦੇ ਬਾਬਤ ਅਸੀਂ ਹੁਣ ਤੱਕ ਸੁਣਦੇ, ਸੋਚਦੇ ਤੇ ਸਮਝਦੇ ਆਏ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੇ ਹਲਕੇ ਦੇ ਵਿੱਚ ਵਿਕਾਸ ਕੰਮਾਂ ਨੂੰ ਵੱਡੇ ਪੱਧਰ ਦੇ ਉੱਤੇ ਜਾਣਬੁੱਝ ਕੇ ਨਜ਼ਰ ਅੰਦਾਜ਼ ਕਰਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਹਦੀ ਸ਼ਿਕਾਇਤ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਦੁਆਰਾ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹਲਕਾ ਪੂਰਬੀ ਦੇ ਵਿੱਚ ਪਾਸ ਹੋਏ ਵਿਕਾਸ ਕੰਮਾਂ ਨੂੰ ਨਹੀਂ ਕਰਵਾਇਆ ਜਾ ਰਿਹਾ। ਇਹ ਕੰਮ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਨੇ। ਪੱਤਰ ਦੇ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਿੱਧੂ ਨੇ ਕਿਹਾ ਕਿ ਅਕਤੂਬਰ 2018 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 137 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣਨ ਵਾਲੇ 5 ਪੁਲਾਂ ਦਾ ਉਦਘਾਟਨ ਮੁੱਖ ਮੰਤਰੀ ਵੱਲੋਂ ਕੀਤਾ ਗਿਆ ਸੀ। ਇਹਨਾਂ ਦੇ ਵਿੱਚੋਂ 2 ਪੁਲ ਹਲਕਾ ਪੂਰਬੀ ਦੇ ਵਿੱਚ ਬਣਨੇ ਸਨ, ਪਰ ਇਹਨਾਂ ਪੁਲਾਂ ਦਾ ਕਿਤੇ ਵੀ ਕੋਈ ਨਾਮੋ ਨਿਸ਼ਾਨ ਨਹੀਂ ਹੈ।
ਇਹਨਾਂ ਪੁਲਾਂ ਦੇ ਨਿਰਮਾਣ ਵਾਸਤੇ ਉਹਨਾਂ ਨੇ ਨਿੱਜੀ ਤੌਰ ਦੇ ਉੱਤੇ ਯੂਨੀਅਨ ਰੇਲਵੇ ਵਿਭਾਗ ਤੋਂ ਮਨਜ਼ੂਰੀ ਲਈ ਸੀ ਤੇ ਇਸ ਵਾਸਤੇ ਫੰਡ ਵੀ ਜਮ੍ਹਾਂ ਕਰਵਾ ਦਿੱਤੇ ਗਏ ਸਨ। ਇਸ ਦੇ ਬਾਵਜੂਦ ਪੁਲਾਂ ਦੇ ਨਿਰਮਾਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਉਹਨਾਂ ਨੇ ਕਿਹਾ ਕਿ ਦਸੰਬਰ 2019 ਦੇ ਵਿੱਚ ਮੁੱਖ ਮੰਤਰੀ ਵੱਲੋਂ ਪੰਜਾਬ ਇਨਵਾਇਰਮੈਂਟਲ ਇੰਪਰੂਵਮੈਂਟ ਪ੍ਰੋਜੈਕਟ ਫੇਜ਼ 1 ਦੇ ਅਧੀਨ 5 ਕਰੋੜ ਰੁਪਏ ਹਲਕਾ ਪੂਰਬੀ ਦੇ ਵਿੱਚ ਵਿਕਾਸ ਕੰਮਾਂ ਲਈ ਜਾਰੀ ਕੀਤੇ ਗਏ ਸਨ। ਇਹਨਾਂ ਪ੍ਰੋਜੈਕਟਾਂ ਦੀ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਗਈ, ਪਰ ਉਸ ਦੇ ਬਾਵਜੂਦ 1 ਇੰਚ ਦਾ ਕੰਮ ਸ਼ੁਰੂ ਨਹੀਂ ਹੋਇਆ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸੇ ਪ੍ਰੋਜੈਕਟ ਦੇ ਫੇਜ਼ 2 ਅਧੀਨ 24 ਕਰੋੜ ਦੇ ਕੰਮਾਂ ਨੂੰ ਹਰੀ ਝੰਡੀ ਦਿੱਤੀ ਗਈ ਸੀ ਤੇ ਉਹਨਾਂ ਵੱਲੋਂ 11 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਬਾਰੇ ਜਾਣਕਾਰੀ ਤੱਥਾਂ ਸਮੇਤ ਦਿੱਤੀ ਗਈ। ਉਹਨਾਂ ਨੇ ਇਸ ਗੱਲ ਦੇ ਉੱਤੇ ਹੈਰਾਨੀ ਪ੍ਰਗਟਾਈ ਕਿ ਹੁਣ ਨਗਰ ਨਿਗਮ ਦੇ ਐਕਸੀਅਨ ਵੱਲੋਂ ਇਸੇ ਹੀ ਪ੍ਰੋਜੈਕਟ ਦੇ ਲਈ 7 ਕਰੋੜ ਦੇ ਵਿਕਾਸ ਕੰਮਾਂ ਦੀ ਸੂਚੀ ਭੇਜੀ ਗਈ ਹੈ, ਜਿਸ ਤੋਂ ਬਾਅਦ ਉਹਨਾਂ ਵੱਲੋਂ ਉਕਤ ਅਧਿਕਾਰੀ ਤੋਂ ਇਹਨਾਂ ਕੰਮਾਂ ਦੀ ਸਹੀ ਸਥਿਤੀ ਤੇ ਜਗ੍ਹਾ ਬਾਰੇ ਇਹ ਕਿੱਥੇ ਕੰਮ ਸ਼ੁਰੂ ਹੋਣੇ ਨੇ ਇਹਦੀ ਜਾਣਕਾਰੀ ਮੰਗੀ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਨਗਰ ਸੁਧਾਰ ਟਰਸਟ ਵੱਲੋਂ 13 ਕਰੋੜ ਦੇ ਵਿਕਾਸ ਕੰਮ ਜਾਰੀ ਕੀਤੇ ਗਏ ਸਨ। ਇਹ ਕੰਮ ਰੁਕੇ ਹੋਏ ਨੇ ਜਾਂ ਚੱਲ ਰਹੇ ਨੇ, ਇਸ ਬਾਰੇ ਮੈਨੂੰ ਵਿਭਾਗ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਦੇ ਕੈਬਨਿਟ ਮੰਤਰੀ ਦੇ ਅਸਤੀਫੇ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਹਲਕਾ ਪੂਰਬੀ ਦੇ ਵਿੱਚ ਵਿਕਾਸ ਕੰਮਾਂ ਦੇ ਨਾਂ ਦੇ ਉੱਤੇ ਖਾਨਾ ਪੂਰਤੀ ਤੇ ਲੋਕਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਜੋ ਕਿ ਸਹੀ ਨਹੀਂ। ਵਿਧਾਇਕ ਸਿੱਧੂ ਨੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਨੂੰ ਇਹਨਾਂ ਸਾਰੀਆਂ ਗੱਲਾਂ ਦੇ ਵੱਲ ਖਿਆਲ ਕਰਨਾ ਚਾਹੀਦਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨਵਜੋਤ ਸਿੰਘ ਸਿੱਧੂ ਦੀ ਲਿਖੀ ਹੋਈ ਚਿੱਠੀ ਦੇ ਉੱਤੇ ਕੈਪਟਨ ਸਾਹਿਬ ਕਿੰਨਾ ਕੁ ਅਮਲ ਕਰਦੇ ਆ ਤੇ ਜਿਹੜੇ ਰੁਕੇ ਪਏ ਆ ਪੂਰਬੀ ਹਲਕੇ ਦੇ ਅੰਮ੍ਰਿਤਸਰ ਦੇ ਕੰਮ ਉਹ ਕਦੋਂ ਕੋ ਸ਼ੁਰੂ ਹੁੰਦੇ ਆ, ਇਹਦੇ ਬਾਬਤ ਤਾਂ ਅਸੀਂ ਕੋਈ ਇੱਥੇ ਬੈਠ ਕੇ ਭਵਿੱਖਬਾਣੀ ਨਹੀਂ ਕਰ ਸਕਦੇ। ਪਰ ਇਸ ਚਿੱਠੀ ਨੇ ਇਹ ਗੱਲ ਜ਼ਰੂਰ ਦੱਸ ਦਿੱਤੀ ਹੈ ਕਿ ਜੇਕਰ ਕਾਂਗਰਸੀ ਵਿਧਾਇਕ ਵਿਰ-ਵਿਰ ਕਰਦੇ ਆ ਕਿ ਸਾਡੇ ਹਲਕੇ ਦੇ ਕੰਮ ਨਹੀਂ ਹੁੰਦੇ, ਤਾਂ ਬਾਕੀ ਜਿਹੜੇ ਵਿਧਾਇਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਹ ਵੀ ਗਲਤ ਨਹੀਂ ਆ। ਜਦੋਂ ਉਹ ਇਹ ਗੱਲ ਕਹਿੰਦੇ ਆ ਜੀ ਕਿ ਸਾਡੀ ਕੋਈ ਪੁੱਛ ਪ੍ਰਤੀਤ ਨਹੀਂ ਕਿਉਂਕਿ ਸਾਡੀ ਪਾਰਟੀ ਦੀ ਸਰਕਾਰ ਨਹੀਂ, ਸਾਨੂੰ ਇਉਂ ਲੱਗਦਾ ਹੁੰਦਾ ਆਮ ਤੌਰ ਦੇ ਉੱਤੇ ਵੀ ਇਹ ਝੂਠੀਆਂ ਗੱਲਾਂ, ਪਰ ਇੱਥੋਂ ਪਤਾ ਲੱਗਦਾ ਕਿ ਗੱਲਾਂ ਸ਼ਾਇਦ ਸੱਚੀਆਂ ਵੀ ਹੋਣ। ਜੇਕਰ ਸਿੱਧੂ ਨਾਲ ਇਹ ਸਭ ਕੁਝ ਹੋ ਸਕਦਾ ਹੈ ਤਾਂ ਬਾਕੀ ਵਿਧਾਇਕਾਂ ਦੇ ਨਾਲ ਵੀ ਸ਼ਾਇਦ ਹੁੰਦਾ ਹੀ ਹੋਵੇ। ਪਰ ਕਈ ਬੋਲ ਲੈਂਦੇ ਆ, ਕਈਆਂ ਦੀਆਂ ਖਬਰਾਂ ਆਉਂਦੀਆਂ, ਕਈਆਂ ਦੀਆਂ ਨਹੀਂ ਵੀ ਆਉਂਦੀਆਂ। ਰਾਜਨੀਤੀ ਨਹੀਂ ਇਹਨਾਂ ਮੁੱਦਿਆਂ ਦੇ ਉੱਤੇ ਕਰਨੀ ਚਾਹੀਦੀ, ਪਰ ਪਹਿਲ ਦੇ ਆਧਾਰ ਦੇ ਉੱਤੇ ਹਲਕਿਆਂ ਦੇ ਕੰਮ ਕਰਨੇ ਚਾਹੀਦੇ ਆ। ਆਪਾਂ ਜਾਣਦੇ ਹਾਂ ਕਿ ਪਿਛਲੇ 1.5 ਸਾਲ ਦੇ ਵਿੱਚ ਕਈ ਵਿਧਾਇਕ ਇਹੋ ਜਿਹੇ ਸਾਹਮਣੇ ਆਏ ਜਿਹਦੇ ਵਿੱਚ ਪ੍ਰਗਟ ਸਿੰਘ ਵੀ ਹੈ, ਜਿਹਦੇ ਵਿੱਚ ਹੋਰ ਵੀ ਕਈ ਵਿਧਾਇਕ ਆ, ਨਾਭੇ ਤੋਂ ਵਿਧਾਇਕ ਵੀ ਹੈ, ਜਿਨ੍ਹਾਂ ਨੇ ਇਹ ਗੱਲ ਕਹੀ ਸਮੇਂ-ਸਮੇਂ ਦੇ ਉੱਤੇ ਕਿ ਸਾਡੀ ਕੋਈ ਪੁੱਛ ਪ੍ਰਤੀਤ ਹੈ ਨਹੀਂ, ਨਾ ਸਾਨੂੰ ਅਧਿਕਾਰੀ ਪੁੱਛਦੇ ਆ, ਨਾ ਸਾਨੂੰ ਮੁੱਖ ਮੰਤਰੀ ਸਾਹਿਬ ਮਿਲਣ ਦਾ ਵਕਤ ਦਿੰਦੇ ਆ। ਸਾਨੂੰ ਤਾਂ ਜਿਹੜੇ ਉਹਨਾਂ ਦੇ ਚਹੇਤੇ ਅਧਿਕਾਰੀ ਆ ਉਹ ਨੇੜੇ ਨਹੀਂ ਫੜਕਣ ਦਿੰਦੇ। ਉਹ ਇਹ ਗੱਲ ਕਹਿੰਦੇ ਜੀ ਕਿ ਬਾਅਦ ਦੇ ਵਿੱਚ ਆਇਓ, ਸਾਨੂੰ ਕੰਮ ਦੱਸ ਦਿਓ, ਅਸੀਂ ਗਾਂ ਤੁਹਾਡਾ ਸੁਨੇਹਾ ਪਹੁੰਚਾ ਦਿਆਂਗੇ, ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ। ਲੋਕ ਸਾਡੇ ਝੱਗੇ ਪਾੜਦੇ ਆ ਵੀ ਤੁਹਾਨੂੰ ਇੰਨਾ ਚਿਰ ਹੋ ਗਿਆ ਚੁਣਿਆ ਨੂੰ, ਤੁਸੀਂ ਇੱਕ ਦੁੱਕੀ ਦਾ ਕੰਮ ਨਹੀਂ ਸਾਡੇ ਲਈ ਕੀਤਾ ਤੇ ਅਸੀਂ ਕੀ ਵੇਚ ਕੇ ਇੱਥੇ ਕੰਮ ਕਰਾ ਦਈਏ, ਅਸੀਂ ਕਿਹੜੀ ਇਹੋ ਜਿਹੀ ਬੈਂਕ ਲੁੱਟ ਲਈਏ ਜਿਹਦੇ ਨਾਲ ਇਹ ਕੰਮ ਹੁੰਦੇ ਹੋਣ। ਸੋ ਇਸ ਕਰਕੇ ਕੰਮ ਤਾਂ ਹੋਣੇ ਚਾਹੀਦੇ ਆ, ਪਰ ਦੁੱਖ ਦੀ ਗੱਲ ਇਹ ਆ ਕਿ ਕੰਮ ਹੁੰਦੇ ਆ ਆਖਰੀ 6 ਮਹੀਨਿਆਂ ਦੇ ਵਿੱਚ ਜਾਂ ਆਖਰੀ 1 ਸਾਲ ਦੇ ਵਿੱਚ, ਕਿਉਂਕਿ ਲੋਕਾਂ ਦੇ ਚੇਤੇ ਵੀ ਮਾੜੇ ਆ ਤੇ ਲੋਕਾਂ ਦੇ ਕਿਰਦਾਰ ਵੀ ਆਪਾਂ ਜਾਣਦੇ ਕਿਹੋ ਜਿਹੇ ਆ। ਲੋਕ ਵੀ ਉਹੋ ਜਿਹੇ, ਸਰਕਾਰਾਂ ਵੀ ਉਹੋ ਜਿਹੀਆਂ ਚੁਣੀਆਂ ਜਾਂਦੀਆਂ, ਜਿਹਦੇ ਕਰਕੇ ਪੰਜਾਬ ਕਿੱਥੋਂ ਕਿੱਥੇ ਪਹੁੰਚ ਗਿਆ ਆਪਾਂ ਸਾਰਾ ਕੁਝ ਜਾਣਦੇ ਆ। ਪਰ ਨਵਜੋਤ ਸਿੰਘ ਸਿੱਧੂ ਦੇ ਬਾਬਤ ਚਰਚਾ ਇੱਕ ਵਾਰੀ ਫੇਰ ਇਹ ਉੱਠ ਰਹੀ ਹੈ ਕਿ ਉਹ ਹੁਣ ਸਰਗਰਮੀ ਦੇ ਵੱਲ ਵਧ ਰਹੇ ਆ। ਸਿੱਧੂ ਹੋਰੀ ਚੁੱਪ ਬਹੁਤ ਰਹਿੰਦੇ ਆ, ਹਾਲਾਂਕਿ ਉਹ ਚੁੱਪ ਰਹਿਣ ਵਾਲੇ ਇਨਸਾਨ ਨਹੀਂ। ਜਦੋਂ ਉਹ ਬੋਲਦੇ ਬਹੁਤ ਸੀ, ਖਬਰਾਂ ਉਦੋਂ ਵੀ ਬਹੁਤ ਬਣਦੀਆਂ ਸੀ। ਹੁਣ ਉਹ ਬੋਲਦੇ ਬਿਲਕੁਲ ਨਹੀਂ ਤੇ ਖਬਰਾਂ ਹੁਣ ਵੀ ਵੱਡੀਆਂ ਬਣਦੀਆਂ, ਪਰ ਉਹਨਾਂ ਦੀ ਉਡੀਕ ਰਹਿੰਦੀ ਆ ਵੀ ਉਹ ਕਿਹਦੇ ਬਾਰੇ ਕੀ, ਕਦੋਂ, ਕਿੱਥੇ ਤੇ ਕਿਵੇਂ ਕਹਿੰਦੇ ਆ। ਸੋ ਇਸ ਵਕਤ ਉਹਨਾਂ ਨੇ ਆਪਣੀ ਇੱਕ ਚਿੱਠੀ ਦੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ, ਜਦੋਂ ਉਹਨਾਂ ਨੇ ਚਿੱਠੀ ਦੇ ਵਿੱਚ ਇਹ ਗੱਲ ਲਿਖੀ ਹੈ ਕਿ ਤੁਸੀਂ ਹੀ ਪੁਲਾਂ ਦਾ ਉਦਘਾਟਨ ਕੀਤਾ ਸੀ, ਕੰਮ ਤਾਂ ਵੀ ਨਹੀਂ ਹੋਏ। ਮਤਲਬ ਇਹ ਹੈ ਕਿ ਉਹਨਾਂ ਨੇ ਦੱਸ ਦਿੱਤਾ ਕਿ ਮੀਡੀਆ ਦੇ ਵਿੱਚ ਇਹ ਵੀ ਗੱਲ ਜਾਣੀ ਚਾਹੀਦੀ ਹੈ ਕਿ ਉਦਘਾਟਨ ਵੀ ਇਹਨਾਂ ਨੇ ਕੀਤਾ, ਸਰਕਾਰ ਵੀ ਸਾਡੀ ਹੈ, ਆਪ ਹੀ ਸਾਰਾ ਬਜਟ ਪਾਸ ਕੀਤਾ, ਮਨਜ਼ੂਰੀਆਂ ਮੈਂ ਲੈ ਕੇ ਦਿੱਤੀਆਂ, ਮੇਰਾ ਹਲਕਾ, ਮੈਂ ਕਾਂਗਰਸ ਦਾ ਸਾਬਕਾ ਕੈਬਨਿਟ ਮੰਤਰੀ ਆ, ਕੰਮ ਤਾਂ ਵੀ ਨਹੀਂ ਸਾਡੀ ਸਰਕਾਰ ਦੇ ਵੱਲੋਂ ਕੀਤੇ ਜਾਂਦੇ। ਸੋ ਪੰਜਾਬ ਦੇ ਵਿੱਚ ਇਸ ਮਾਮਲੇ ਦੇ ਉੱਤੇ ਰਾਜਨੀਤੀ ਤਾਂ ਚੱਲਣੀ ਆ, ਕਿਉਂਕਿ ਕਾਂਗਰਸ ਨੂੰ ਘੇਰਨ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ, ਭਾਜਪਾ ਤੇ ਅਕਾਲੀ ਦਲ ਦੇ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਕੋਈ ਕੰਮ ਨਹੀਂ ਹੋਇਆ 3.5 ਵਰ੍ਹਿਆਂ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਦੀ ਸਾਰ ਨਹੀਂ ਲਈ, ਇਹ ਸ਼ਰੀਕ ਗੱਲ ਕਹਿੰਦੇ ਆ। ਪਰ ਇਹਨਾਂ ਸਾਰੀਆਂ ਗੱਲਾਂ ਨੂੰ ਚਿੱਠ ਲਾਉਣ ਦੇ ਲਈ ਕੈਪਟਨ ਸਾਹਿਬ ਨੂੰ ਕੁਝ ਨਾ ਕੁਝ ਕਰਕੇ ਦਿਖਾਉਣਾ ਚਾਹੀਦਾ। ਮੈਨੂੰ ਉਹ ਬਿਆਨ ਵਾਰ-ਵਾਰ ਚੇਤੇ ਆਉਂਦਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਸੀ ਕਿ ਮੈਨੂੰ ਐਤਕੀ ਵੋਟਾਂ ਪਾਓ, ਕਾਂਗਰਸ ਨੂੰ ਐਤਕੀ ਵੋਟਾਂ ਪਾਓ, ਸਾਨੂੰ ਜਿਤਾਓ, ਮੈਂ ਪੰਜਾਬ ਦੇ ਲਈ ਇਹ ਆਖਰੀ ਚੋਣ ਲੜਨ ਜਾ ਰਿਹਾ, ਜੇਕਰ ਅਸੀਂ ਜਿੱਤ ਗਏ ਤਾਂ ਪੰਜਾਬ ਦੇ ਲਈ ਕੁਝ ਨਾ ਕੁਝ ਕਰਕੇ ਦਿਖਾਉਣਾ ਚਾਹੁੰਦੇ ਆ। ਜਦੋਂ ਉਹ ਜਿੱਤ ਗਏ ਉਸ ਤੋਂ ਕੁਝ ਕੁ ਮਹੀਨਿਆਂ ਬਾਅਦ ਉਹਨਾਂ ਦੇ ਵਿਚਾਰ ਬਦਲੇ। ਉਹ ਕਹਿੰਦੇ ਦੇਖੋ ਜੀ ਪੰਜਾਬ ਦੇ ਮਸਲੇ ਬਹੁਤ ਵੱਡੇ ਆ, ਮੈਂ ਕਿਤੇ ਨਹੀਂ ਚੱਲਿਆ ਆਖਰੀ ਦਮ ਤੱਕ, ਜਿੰਨੀ ਦੇਰ ਤੱਕ ਪੰਜਾਬ ਦੀ ਕੱਲੀ ਮੁਸ਼ਕਿਲ ਦਾ ਹੱਲ ਨਹੀਂ ਨਿਕਲਦਾ ਮੈਂ ਕਿਤੇ ਨਹੀਂ ਜਾਣਾ। ਮੈਂ ਹੈਰਾਨ ਆ ਕਿ ਕੱਲੀ ਮੁਸ਼ਕਿਲ ਦਾ ਹੱਲ 3.5 ਵਰ੍ਹਿਆਂ ਦੇ ਵਿੱਚ ਵੀ ਨਹੀਂ ਨਿਕਲਿਆ। ਪੰਜਾਬ ਦੇ ਲੋਕ ਉਵੇਂ ਵਿਰ-ਵਿਰ ਕਰਦੇ ਆ।
ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਉਵੇਂ ਹੀ ਆ। ਪੰਜਾਬ ਦੇ ਮਸਲੇ ਜਿਹੜੇ ਉਹ ਕੁਤਬ ਮੀਨਾਰ ਵਰਗੇ ਬਣੇ ਪਏ ਆ ਵੀ ਬਹੁਤ ਉੱਚੇ ਉੱਚੇ ਆ, ਬਹੁਤ ਵੱਡੇ ਵੱਡੇ ਆ, ਪਰ ਹੱਲ ਉਹਨਾਂ ਦੇ ਛੋਟੇ ਛੋਟੇ ਵੀ ਹਾਲੇ ਤੱਕ ਨਹੀਂ ਕੱਢੇ ਗਏ। ਇਸ ਵਕਤ ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਖਲਾਅ ਪੈਦਾ ਹੋਇਆ। ਜੇ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ, ਉਹਨਾਂ ਦੀ ਏਕਤਾ ਦੀ ਬੜੀ ਜ਼ਰੂਰਤ ਆ ਜਿਹੜੀ ਕਿ ਹਾਲ ਦੀ ਘੜੀ ਦਿਸਦੀ ਨਹੀਂ। ਉਹ ਲਹਿਰ ਜਿਹੜੀ ਕਿ 17 ਦੇ ਵਿੱਚ ਬਣੀ ਸੀ ਉਹ ਹਾਲੇ ਤੱਕ ਬਣਦੀ ਦਿਖਾਈ ਨਹੀਂ ਦੇ ਰਹੀ। ਅਕਾਲੀ ਦਲ ਬਾਦਲ ਦੀ ਗੱਲ ਕਰਦੇ ਆ, ਬੇਅਦਬੀ ਦਾ ਮਾਮਲਾ, ਡੇਰਾ ਮੁਖੀ ਦਾ ਮਾਮਲਾ ਪਿੱਛਾ ਨਹੀਂ ਛੱਡ ਰਿਹਾ। ਇਸ ਤੋਂ ਇਲਾਵਾ ਢੀਂਡਸਾ ਦਲ ਉਹਨਾਂ ਦੇ ਵਿੱਚੋਂ ਨਿਕਲ ਗਿਆ, ਟਕਸਾਲੀ ਦਲ ਵਾਲੇ ਪਹਿਲਾਂ ਨਿਕਲੇ ਹੋਏ ਆ। ਕਾਂਗਰਸ ਨੇ ਕੰਮ ਕੋਈ ਨਹੀਂ ਕੀਤਾ। ਇਸੇ ਕਰਕੇ ਸ਼ਾਇਦ ਕਾਂਗਰਸ ਨੂੰ ਇਹ ਜਾਪਦਾ ਵੀ ਜੇਕਰ ਅੱਜ ਵੋਟਾਂ ਪੈ ਜਾਣ, ਮੰਨ ਲਓ 1 ਮਿੰਟ ਦੇ ਲਈ ਕਿ ਅੱਜ ਵੋਟਾਂ ਪੈਣੀਆਂ, ਅਸੀਂ ਫਿਰ ਰਿਪੀਟ ਹੋ ਜਾਣਾ, ਅਸੀਂ ਫਿਰ ਸੱਤਾ ਦੇ ਵਿੱਚ ਆ ਜਾਣਾ, ਕਿਉਂਕਿ ਵੋਟਾਂ ਖਿਲਰਨਗੀਆਂ। ਭਾਜਪਾ ਦੇ ਵੱਲੋਂ ਪਤਾ ਨਹੀਂ ਕਿਹਦਾ ਸਹਿਯੋਗ ਦਿੱਤਾ ਜਾਣਾ। ਅਕਾਲੀ ਦਲ ਕਈ ਬਣ ਗਏ ਆ, ਆਮ ਆਦਮੀ ਪਾਰਟੀ 'ਚ ਏਕਤਾ ਹੈ ਨਹੀਂ। ਸ਼ਾਇਦ ਇਸ ਸਰੂਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਜਿਹੜੇ ਲੋਕ ਨੇ ਉਹ ਕੰਮ ਨਾ ਕਰਦੇ ਹੋਣ, ਪਰ ਹਲਕਿਆਂ ਦੇ ਕੰਮ ਪਹਿਲ ਦੇ ਆਧਾਰ 'ਤੇ ਹੋਣੇ ਚਾਹੀਦੇ ਆ। ਬਠਿੰਡੇ ਦੇ ਵਿੱਚ ਜਿਹਨੂੰ ਅਸੀਂ ਪੈਰਿਸ ਕਹਿ ਦਿੰਦੇ ਪੰਜਾਬ ਦਾ, ਜਿਹਨੂੰ ਕਿ ਬਾਦਲਾਂ ਨੇ ਵਡਿਆਈ ਦੇ ਵਿੱਚ ਪੈਰਿਸ ਕਿਹਾ ਸੀ ਇੱਕ ਵਾਰੀ, ਉਹਦੇ ਵਿੱਚ ਗੋਡੇ ਗੋਡੇ ਪਾਣੀ ਜਿਹੜਾ ਮੀਂਹ ਤੋਂ ਬਾਅਦ ਖੜ ਜਾਂਦਾ। ਨਿੱਕੇ ਨਿੱਕੇ ਕੰਮ ਸਾਡੇ ਕੋਲੋਂ ਨਹੀਂ ਹੁੰਦੇ ਤੇ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਅਸੀਂ ਬਹੁਤ ਵੱਡਾ ਕੁਝ ਕਰਕੇ ਦਿਖਾਉਣਾ ਚਾਹੁੰਦੇ ਹਾਂ। ਸੱਚੀ ਮੁੱਚੀ ਵੀ ਕਦੇ ਕੁਝ ਕਰੀਏ। ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਜਦੋਂ ਅਸੀਂ ਭਾਰਤ ਦੀ ਸਰਕਾਰ ਦੀ ਤੁਲਨਾ ਕਰਦੇ ਹਾਂ ਜਾਂ ਵੱਖ-ਵੱਖ ਦੇਸ਼ਾਂ ਦੇ ਲੋਕਾਂ ਦੀ ਵੀ ਭਾਰਤ ਦੇ ਲੋਕਾਂ ਨਾਲ ਤੁਲਨਾ ਕਰਦੇ ਤਾਂ ਜ਼ਮੀਨ ਅਸਮਾਨ ਦਾ ਅੰਤਰ ਹੈ ਜਿਹੜਾ ਬੌਧਿਕ ਪੱਖੋਂ, ਕਿਰਦਾਰ ਦੇ ਪੱਖੋਂ ਨਜ਼ਰ ਆਉਂਦਾ ਹੈ। ਅਸੀਂ ਬਹੁਤ ਸਾਰੀਆਂ ਗੱਲਾਂ ਧਰਮ ਦੇ ਮਾਮਲੇ 'ਚ ਉਲਝ ਕੇ ਕਰਦੇ ਹਾਂ, ਸਾਡੀਆਂ ਸਰਕਾਰਾਂ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰਦੀਆਂ, ਪਰ ਅਸੀਂ ਵਿਦੇਸ਼ਾਂ ਦੇ ਵਾਂਗੂ ਵਿਕਾਸ ਨਹੀਂ ਕਰ ਸਕੇ। ਜਦੋਂ ਅਸੀਂ ਇਸ ਗੱਲ ਦੇ ਉੱਤੇ ਨਿਰ ਉੱਤਰ ਹੋ ਜਾਂਦੇ ਹਾਂ, ਫਿਰ ਇੱਕੋ ਗੱਲ ਕਹਿੰਦੇ ਹੁੰਦੇ ਹਾਂ, ਭਾਰਤ ਦੀ ਆਬਾਦੀ ਹੈਗੀ ਆ ਇੰਨੀ ਤੇ ਫਲਾਣੇ ਦੇਸ਼ ਦੀ ਆਬਾਦੀ ਹੈਗੀ ਆ ਇੰਨੀ ਥੋੜ੍ਹੀ। ਪਰ ਫਿਰ ਉਹਨਾਂ ਨੂੰ ਜੇਕਰ ਮੋੜਵਾਂ ਉੱਤਰ ਇਹ ਦੇਗੇ ਵੀ ਚਲੋ ਦੇਸ਼ ਨੂੰ ਛੱਡੋ, ਇੱਕ ਸੂਬੇ ਦੇ ਨਾਲ ਹੀ ਕਿਸੇ ਦੇਸ਼ ਦੀ ਤੁਲਨਾ ਕਰ ਲਓ, ਉਦੋਂ ਫਿਰ ਉਹ ਨਿਰ ਉੱਤਰ ਹੋ ਜਾਂਦੇ ਆ, ਕਿਉਂਕਿ ਸਾਡੇ ਕੋਲੇ ਇੱਥੇ ਨਿਯਮਾਂ ਦੀ ਘਾਟ ਹੈ, ਸਾਡੇ ਕੋਲੇ ਸਿਸਟਮ ਦੀ ਘਾਟ ਹੈ, ਅਸੀਂ ਮੰਨ ਕੇ ਵੀ ਨਹੀਂ ਕਿਸੇ ਦੀ ਰਾਜ਼ੀ। ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਲੋਕਡਾਊਨ ਦੇ ਵਿੱਚ ਆਪਣੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਲਈ, ਉਹਨਾਂ ਦੇ ਕਾਰੋਬਾਰ ਬਚਾਉਣ ਦੇ ਲਈ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਏ ਆ। ਜਿਵੇਂ ਕਿ ਨਿਊਜ਼ੀਲੈਂਡ ਦੀ ਸਰਕਾਰ ਨੇ ਵੀ ਪਾਏ, ਆਸਟ੍ਰੇਲੀਆ ਵਾਲੀ ਨੇ ਵੀ ਪਾਏ, ਹੋਰ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨੇ ਵੀ ਲੋਕਾਂ ਦੀ ਮਦਦ ਕੀਤੀ ਹੈ ਜਿਹੜੇ ਟੈਕਸ ਦਾ ਭੁਗਤਾਨ ਕਰਦੇ ਉਹਨਾਂ ਦੀ। ਪਰ ਸਾਡੇ ਦੇਸ਼ ਦੇ ਵਿੱਚ ਸਿਰਫ ਗੱਲਾਂ ਹੁੰਦੀਆਂ, ਤੁਸੀਂ ਤਾੜੀਆਂ ਵਜਾਓ, ਤੁਸੀਂ ਥਾਲੀਆਂ ਖੜਕਾਓ, ਤੁਸੀਂ ਜਕਾਰੇ ਲਾਓ, ਤੁਸੀਂ ਆਹ ਕਰੋ, ਤੁਸੀਂ ਉਹ ਕਰੋ, ਇਹਦੇ ਨਾਲ ਕਰੋਨਾ ਨਹੀਂ ਮੁੱਕਦਾ ਗਾ। ਇਹ ਗੱਲਾਂ ਕਹਿਣ ਵਾਲੇ ਅਮਿਤਾਭ ਬੱਚਨ ਨੂੰ ਵੀ ਕਰੋਨਾ ਹੋ ਗਿਆ, ਇਸ ਤੋਂ ਵੱਡੀ ਗੱਲ ਕਿਹੜੀ ਹੈ। ਉਸ ਤੋਂ ਅਗਲੀ ਗੱਲ ਇਹ ਹੈਗੀ ਆ ਕਿ ਜਦੋਂ ਤਾਂ ਸਾਡੇ ਕੋਲੇ ਪੈਸੇ ਹੁੰਦੇ ਆ ਉਦੋਂ ਅਸੀਂ ਮੂਰਤੀਆਂ ਬਣਾ ਲੈਂਦੇ 3-3 ਹਜ਼ਾਰ ਕਰੋੜ ਦੀਆਂ, ਤੇ ਜਦੋਂ ਸਾਡੇ ਕੋਲੇ ਪੈਸੇ ਨਹੀਂ ਹੁੰਦੇ ਤਾਂ ਉਦੋਂ PM ਕੇਅਰ ਫੰਡ ਸ਼ੁਰੂ ਹੋ ਜਾਂਦਾ। PM ਕੇਅਰ ਫੰਡ ਦੇ ਉੱਤੇ ਵੀ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਆ। ਕਦੇ ਖਬਰ ਆਉਂਦੀ ਆ ਚੀਨ ਦੀਆਂ ਕੰਪਨੀਆਂ ਨੇ ਪੈਸੇ ਪਾਏ, ਕਦੇ ਖਬਰ ਆਉਂਦੀ ਆ ਸਹੀ ਤਰੀਕੇ ਦੇ ਨਾਲ ਨਹੀਂ ਖਰਚੇ ਗਏ, ਇਹਦੇ ਬਾਬਤ ਗਾਇਬ ਕਰ ਦਿੱਤੇ ਗਏ ਪੈਸੇ, ਇਹੋ ਜਿਹੀਆਂ ਗੱਲਾਂ ਆਉਂਦੀਆਂ ਵਿਰੋਧੀਆਂ ਦੇ ਰੂਪ ਦੇ ਵਿੱਚ। ਪਰ ਜਿਹੜੀ ਪੰਜਾਬ ਦੀ ਖਬਰ ਹੈ ਉਹ ਇਹ ਕਹਿੰਦੀ ਹੈ ਜੀ ਕਿ ਜਿਹੜਾ CM ਰਾਹਤ ਫੰਡ ਹੈ ਇਹਦੇ ਵਿੱਚ 67-68 ਕਰੋੜ ਰੁਪਇਆ ਆਇਆ, ਪਰ ਉਹਦੇ ਵਿੱਚੋਂ ਖਰਚ ਕੀਤਾ ਗਿਆ ਸਿਰਫ 3-3.25 ਕਰੋੜ ਰੁਪਈਆ। ਬਾਕੀ ਦਾ ਪੈਸਾ ਜਿਹੜਾ ਉਹ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਪਿਆ। ਦੇਖੋ ਕਮਾਲ ਦੀ ਗੱਲ ਕਿ ਵਿਦੇਸ਼ਾਂ ਦੇ ਵਿੱਚ ਸਰਕਾਰਾਂ ਲੋਕਾਂ ਨੂੰ ਪੈਸੇ ਦੇ ਰਹੀਆਂ, ਪਰ ਭਾਰਤ ਦੇ ਤੇ ਵਿੱਚ ਵੱਖ-ਵੱਖ ਹੋਰ ਸੂਬਿਆਂ ਦੇ ਵਿੱਚ ਲੋਕਾਂ ਤੋਂ ਲਏ ਜਾ ਰਹੇ ਆ, ਤੇ ਜਿਹੜੇ ਲਏ ਜਾ ਰਹੇ ਆ ਉਹ ਲੋਕਾਂ ਦੇ ਉੱਤੇ ਖਰਚ ਨਹੀਂ ਕੀਤੇ ਜਾ ਰਹੇ। ਇਸ ਤੋਂ ਲੋੜੇ ਵਾਲੀ ਗੱਲ ਭਲਾ ਹੋਰ ਕਿਹੜੀ ਹੋ ਸਕਦੀ ਹੈ। ਚਾਹੀਦਾ ਤਾਂ ਇਹ ਆ ਵੀ ਜਿਵੇਂ ਕੋਈ ਦਾਨ ਦਾ ਪੈਸਾ ਆਉਂਦਾ ਨਾਲ ਦੀ ਨਾਲ ਅਸੀਂ ਜਾਰੀ ਕਰੀ ਜਾਈਏ, ਪਰ ਪਤਾ ਨਹੀਂ ਇਹਨਾਂ ਪੈਸਿਆਂ ਨੇ ਕਿ ਦੁੱਧ ਦੇਣਾ, ਪਤਾ ਨਹੀਂ ਇਹਨਾਂ ਦੀ FD ਕਰਵਾ ਕੇ ਅਸੀਂ ਕਿਹਦੀ ਮਦਦ ਕਰਨੀ ਚਾਹੁੰਦੇ ਆ। ਹਾਲੇ ਤੱਕ RTI ਦੇ ਦੱਸਣ ਦੇ ਮੁਤਾਬਕ ਇਹ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ, ਰਾਹਤ ਫੰਡ ਦੇ ਵਿੱਚ ਪੈਸੇ ਆਏ ਆ, ਇਹਨਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ। ਬਾਕੀ ਇਸ ਮੁਤਲਕ ਵਿਸ਼ੇਸ਼ ਤੌਰ ਦੇ ਉੱਤੇ ਜਾਣਕਾਰੀ ਆਉਣੀ ਬਾਕੀ ਹੈ, ਪਰ ਜੋ RTI ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਉਹਨੇ ਕਈ ਕੁਝ ਸੋਚਣ ਵਿਚਾਰਨ ਵਾਸਤੇ ਮਜਬੂਰ ਕਰਤਾ ਵੀ ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਲੋਕਾਂ ਨੂੰ ਹਾਲ ਦੀ ਘੜੀ ਇਹ ਨਹੀਂ ਸਮਝ ਆ ਰਿਹਾ ਕਿ ਉਹ ਮੁਸ਼ਕਲ ਦੀ ਘੜੀ ਦੇ ਵਿੱਚ ਹੈ। ਇਹ ਪੈਸਾ ਐਮਰਜੈਂਸੀ ਦੇ ਲਈ ਹੈ। ਇਸ ਤੋਂ ਵੱਡੀ ਐਮਰਜੈਂਸੀ ਕਿਹੜੀ ਹੋ ਸਕਦੀ ਹੈ ਵੀ ਪੰਜਾਬ ਦੇ ਵਿੱਚ ਲੋਕ ਖੁਦਕੁਸ਼ੀਆਂ ਕਰ ਰਹੇ ਆ, ਪੰਜਾਬ ਦੇ ਲੋਕਾਂ ਦੇ ਕਾਰੋਬਾਰ ਬੰਦ ਹੋ ਗਏ ਆ, ਪੰਜਾਬ ਦੇ ਲੋਕਾਂ ਦੀਆਂ ਨੌਕਰੀਆਂ ਛੁੱਟ ਗਈਆਂ, ਪ੍ਰਾਈਵੇਟ ਸਕੂਲ ਆ ਜਿਹੜੇ ਉਹ ਧਮਕੀਆਂ ਦੇ ਰਹੇ ਆ ਵੀ ਫੀਸਾਂ ਜਮ੍ਹਾਂ ਕਰਵਾਓ। ਬੰਦਾ ਜਾਵੇ ਤਾਂ ਜਾਵੇ ਕਿੱਥੇ, ਢਿੱਡ ਨੂੰ ਗੰਢ ਕਿਵੇਂ ਦੇ ਸਕਦਾ, ਪਰ ਆਪਾਂ ਫੰਡ ਵਾਲੇ ਪੈਸੇ ਨਹੀਂ ਖਰਚ ਕਰਨੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪਿਛਲੇ 4 ਮਹੀਨਿਆਂ ਤੋਂ ਜਦੋਂ ਤੋਂ ਮੁਲਕ ਦੇ ਵਿੱਚ ਕਰੋਨਾ ਦੀ ਮਹਾਮਾਰੀ ਫੈਲੀ ਹੈ, ਹਰ ਕੋਈ ਆਪਣੇ ਵਿੱਤ ਦੇ ਮੁਤਾਬਕ ਇਸ ਲੜਾਈ ਦੇ ਵਿੱਚ ਯੋਗਦਾਨ ਪਾ ਰਿਹਾ ਤੇ ਜਿੱਥੇ ਗਰੀਬਾਂ ਦੀ ਮਦਦ ਦੇ ਵਾਸਤੇ ਲੋਕ ਅੱਗੇ ਆਏ ਨੇ, ਉੱਥੇ ਸਰਕਾਰਾਂ ਨੂੰ ਵੀ ਕਰੋਨਾ ਮਹਾਮਾਰੀ ਨਾਲ ਲੜਨ ਦੇ ਲਈ ਬਥੇਰਾ ਦਾਨ ਮਿਲਿਆ। ਚਾਹੇ ਕੇਂਦਰ ਦੀ ਸਰਕਾਰ ਹੋਵੇ ਤੇ ਚਾਹੇ ਸੂਬਾ ਸਰਕਾਰਾਂ ਦੀ ਗੱਲ ਕਰੀਏ ਤੇ ਜਾਂ ਕਰੀਏ ਪੰਜਾਬ ਇਕੱਲੇ ਦੀ ਗੱਲ, ਤਾਂ RTI ਦੇ ਰਾਹੀਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕਰੋਨਾ ਰਿਲੀਫ ਫੰਡ ਦੇ ਵਿੱਚ ਹੁਣ ਤੱਕ 67 ਕਰੋੜ ਰੁਪਏ ਜਮ੍ਹਾਂ ਹੋਏ ਨੇ। ਇਹਦੇ ਵਿੱਚੋਂ ਸਰਕਾਰ ਨੇ ਸਿਰਫ 2 ਕਰੋੜ ਤੇ 38 ਲੱਖ ਰੁਪਏ ਖਰਚ ਕੀਤੇ ਨੇ ਤੇ ਬਾਕੀ ਦਾ ਸਾਰਾ ਪੈਸਾ ਪ੍ਰਾਈਵੇਟ ਬੈਂਕ ਦੇ ਵਿੱਚ ਸਰਕਾਰ ਸਾਂਭੀ ਬੈਠੀ ਹੈ।
ਖਰਚ ਦੀ ਇਸ ਰਾਸ਼ੀ ਮੁਤਾਬਕ ਨੰਦੇੜ ਸਾਹਿਬ, ਕੋਟਾ ਤੇ ਤਾਮਿਲਨਾਡੂ ਦੇ ਵਿੱਚ ਫਸੇ ਵਿਅਕਤੀਆਂ ਨੂੰ ਪੰਜਾਬ ਦੇ ਵਿੱਚ ਵਾਪਸ ਲਿਆਉਣ ਦੇ ਲਈ ਕਰੋਨਾ ਰਿਲੀਫ ਫੰਡ ਦੇ ਵਿੱਚੋਂ 1 ਕਰੋੜ ਤੇ 93 ਲੱਖ ਰੁਪਏ ਖਰਚੇ ਗਏ ਨੇ, ਜਦਕਿ ਇਸੇ ਫੰਡ ਦੇ ਵਿੱਚੋਂ 35 ਲੱਖ ਰੁਪਏ ਦੀ ਆਰਥਿਕ ਸਹਾਇਤਾ ਮਰਹੂਮ ACP ਅਨਿਲ ਕੋਹਲੀ ਦੇ ਪਰਿਵਾਰ ਨੂੰ ਦਿੱਤੀ ਗਈ ਹੈ। ਬਾਕੀ ਸਾਰਾ ਪੈਸਾ ਨਿੱਜੀ ਬੈਂਕ ਦੇ ਖਾਤੇ ਦੇ ਵਿੱਚ ਹੀ ਪਿਆ ਹੋਇਆ। ਦੱਸਣਾ ਬਣਦਾ ਕਿ ਕਰੋਨਾ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਅਪੀਲ ਦੇ ਕਰੋਨਾ ਰਿਲੀਫ ਫੰਡ ਦੇ ਵਿੱਚ ਵਿਧਾਇਕਾਂ, ਸਿਆਸੀ ਆਗੂਆਂ, ਉਦਯੋਗਪਤੀਆਂ ਤੇ ਆਮ ਦੁਕਾਨਦਾਰਾਂ ਵੱਲੋਂ ਵੀ ਪੈਸਾ ਦਾਨ ਕੀਤਾ ਗਿਆ ਸੀ, ਪਰ ਨਾ ਤਾਂ ਸਰਕਾਰ ਵੱਲੋਂ ਇਹ ਪੈਸਾ ਮੁਫਤ ਮਾਸਕ ਵੰਡਣ, ਨਾ ਮੁਫਤ ਦਵਾਈਆਂ ਵੰਡਣ ਤੇ ਨਾ ਹੀ ਕਿਸੇ ਹੋਰ ਰਾਹਤ ਵਾਸਤੇ ਵਰਤਿਆ ਗਿਆ, ਸਗੋਂ HDFC ਬੈਂਕ ਦੇ ਵਿੱਚ ਇਹ ਪੈਸਾ ਸਾਂਭਿਆ ਪਿਆ ਤੇ ਲੋਕ ਤਰਾਹ-ਤਰਾਹ ਕਰ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਜਿਹੜਾ ਪੈਸਾ ਪਿਆ ਇਹ ਲੋਕਾਂ ਦਾ, ਇਹ ਦਾਨੀਆਂ ਦਾ, ਤੇ ਦਾਨ ਆ ਜਿਹੜਾ ਉਹ ਨਾਲ ਦੀ ਨਾਲ ਖਰਚ ਕਰ ਦੇਣਾ ਚਾਹੀਦਾ। ਦਾਨ ਦੇ ਰੂਪ ਦੇ ਵਿੱਚ ਆਏ ਪੈਸੇ ਦੀ ਮਹੱਤਤਾ ਤਾਂ ਹੀ ਆ ਜੇਕਰ ਲੋੜਵੰਦਾਂ ਤੱਕ ਵੇਲੇ ਸਿਰ ਪਹੁੰਚਾ ਦਿੱਤਾ ਜਾਵੇ। ਅਸੀਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਉੱਤੇ ਕਈ ਵਾਰ ਸ਼ੱਕ ਕਰਦੇ ਹਾਂ, ਕਈ ਵਾਰ ਸਮਾਜ ਸੇਵੀ ਲੋਕਾਂ ਦੇ ਉੱਤੇ ਵੀ ਸ਼ੱਕ ਦੀ ਗੁੰਜਾਇਸ਼ ਹੁੰਦੀ ਹੈ ਕਿ ਉਹ ਪੈਸੇ ਨੂੰ ਪਤਾ ਨਹੀਂ ਕਿਤੇ ਰੋਕ ਤਾਂ ਨਹੀਂ ਲੈਂਦੇ, ਪੈਸੇ ਦੇ ਵਿੱਚ ਕਿਤੇ ਕੁੰਡੀ ਤਾਂ ਨਹੀਂ ਲਾਉਂਦੇ। ਪਰ ਜੇਕਰ ਅਸੀਂ ਉੱਥੇ ਲੱਖ ਦੀ, 2 ਲੱਖ ਦੀ, 50,000 ਦੀ, 20,000 ਦੀ ਕੁੰਡੀ ਦਾ ਸ਼ੱਕ ਕਰਦੇ ਹਾਂ ਤਾਂ ਇਸ ਥਾਂ ਦੇ ਉੱਤੇ ਪੈਸੇ ਹਾਲੇ ਤੱਕ ਖਰਚ ਨਹੀਂ ਕੀਤੇ ਗਏ। ਇਹਦੇ ਪਿੱਛੇ ਕਿਹੜੀ ਵਜ੍ਹਾ? ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਜਦੋਂ ਕਰੋਨਾ ਦੀ ਸ਼ੁਰੂਆਤ ਹੋਈ ਹੈ ਉਦੋਂ ਇਹ ਗੱਲ ਕਹੀ ਸੀ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਲੋਕ ਕਰੋਨਾ ਪੀੜਤ ਹੋ ਸਕਦੇ ਆ, ਇਸ ਬਿਮਾਰੀ ਦੇ ਕਰਕੇ ਬਹੁਤ ਸਾਰੇ ਲੋਕ ਝੰਬੇ ਜਾ ਸਕਦੇ ਆ, ਇਸ ਕਰਕੇ ਬਚਾਅ ਕਰੋ। ਹੁਣ ਉਹ ਝੰਬੇ ਵੀ ਜਾ ਰਹੇ ਆ, ਹਰ ਰੋਜ਼ ਸੈਂਕੜੇ ਕੇਸ ਨਵੇਂ ਸਾਹਮਣੇ ਆ ਰਹੇ ਆ, ਹਰ ਰੋਜ਼ ਮਾਸਕਾਂ ਦੀ ਕਿੱਲਤ ਦੀ ਖਬਰ ਆਉਂਦੀ ਆ। ਪੰਜਾਬ ਦੇ ਵਿੱਚ ਨਕਲੀ ਸੈਨੀਟਾਈਜ਼ਰ ਬਣ ਰਹੇ, 60% ਨਕਲੀ ਸੈਨੀਟਾਈਜ਼ਰ ਬਣ ਰਹੇ ਪੰਜਾਬ ਦੇ ਵਿੱਚ। ਜਿਹੜੇ ਬਣ ਰਹੇ ਆ ਉਹ ਬਣਦੇ ਹੈਗੇ ਆ ਪਾਣੀ ਦੇ ਭਾਅ ਤੇ ਬਾਅਦ ਦੇ ਵਿੱਚ ਵੇਚੇ ਜਾਂਦੇ ਸੈਂਕੜੇ ਰੁਪਈਆਂ ਦੇ ਵਿੱਚ। ਇਹ ਸਾਰਾ ਕੁਝ ਲੁੱਟ ਤੰਤਰ ਦਾ ਹਿੱਸਾ ਹੈਗਾ। ਇਹ ਸਾਰੀ ਕਾਲਾਬਾਜ਼ਾਰੀ ਇਸ ਵਕਤ ਪੰਜਾਬ ਦੇ ਵਿੱਚ ਚੱਲ ਰਹੀ ਹੈ। ਪਿਛਲੇ ਦਿਨੀ ਸਟਿੰਗ ਆਪਰੇਸ਼ਨ ਹੋਇਆ ਸੀ, ਉਹਦੇ ਵਿੱਚ ਸੈਨੀਟਾਈਜ਼ਰਾਂ ਦੀ ਅਸਲੀਅਤ ਆ ਜਿਹੜੀ ਉਹ ਸਾਹਮਣੇ ਆਈ ਸੀ। ਇਹ ਸਾਰਾ ਕੁਝ ਜਾਣਦਿਆਂ ਅਸੀਂ ਮਦਦ ਕਿਉਂ ਨਹੀਂ ਕਰਦੇ? ਜਿਹੜਾ ਬਾਕੀ ਪੈਸਾ ਪਿਆ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ 2.25 ਜਾਂ 2.5 ਕਰੋੜ ਰੁਪਈਆ ਤਾਂ ਚਲੋ ਖਰਚਤਾ, ਬਾਕੀ ਪੈਸੇ ਦੇ ਕੋਲੋਂ ਕਰਾਉਣਾ ਕੀ ਹੈ? ਚਾਹੀਦਾ ਤਾਂ ਇਹ ਹੈ ਕਿ ਅਸੀਂ ਦੁਕਾਨਦਾਰਾਂ ਦਾ ਕੰਮਕਾਜ ਸ਼ੁਰੂ ਕਰਵਾਉਂਦੇ, ਅਸੀਂ ਮਜ਼ਦੂਰਾਂ ਦੀ ਮਦਦ ਕਰਦੇ, ਖੁਦਕੁਸ਼ੀ ਨਾ ਕਰਦੇ। ਕਈ ਲੋਕ ਜੇਕਰ ਅਸੀਂ ਆਰਥਿਕ ਮਦਦ ਕਰ ਦਿੰਦੇ, ਜਿਹੜੇ ਗਰੀਬ ਲੋਕ ਆਪਣੇ ਨਿਆਣਿਆਂ ਦੀ ਫੀਸ ਨਹੀਂ ਅਦਾ ਕਰ ਸਕਦੇ ਉਹਨਾਂ ਦੀ ਮਦਦ ਕਰ ਦਿੰਦੇ, ਜਾਂ ਹੋਰ ਜਿਹੜੇ ਵੀ ਲੋਕ ਲੋੜੀਂਦੀਆਂ ਚੀਜ਼ਾਂ ਚਾਹੁੰਦੇ ਆ ਉਹਨਾਂ ਦੀ ਮਦਦ ਕੀਤੀ ਜਾਂਦੀ। ਪਰ ਮਦਦ ਦੀ ਥਾਂ ਦੇ ਉੱਤੇ ਸਿਰਫ ਤੇ ਸਿਰਫ ਇਹ ਪੈਸਾ ਜਿਹੜਾ ਉਹ ਬੰਦ ਰੱਖਿਆ ਗਿਆ, ਇਸ ਬੈਂਕ ਦੇ ਵਿੱਚ ਪੈਸਾ ਸੰਭਾਲ ਕੇ ਰੱਖਿਆ ਗਿਆ। ਇੱਕ ਹੋਰ ਗੱਲ ਦੱਸਣੀ ਬਣਦੀ ਹੈ, ਪੰਜਾਬ ਦੇ ਵਿੱਚ ਕਿੰਨੀਆਂ ਸਰਕਾਰੀ ਬੈਂਕਾਂ, ਪਰ ਹਮੇਸ਼ਾ ਕਮਾਲ ਦੀ ਗੱਲ ਇਹ ਹੁੰਦੀ ਹੈ ਵੀ ਨਿੱਜੀ ਬੈਂਕ ਦੇ ਵਿੱਚ ਖਾਤਾ ਖੁਲਵਾਉਣਾ, ਪਤਾ ਨਹੀਂ ਉਹ ਕਿਹੜੇ ਕਾਰਨ ਵਿਆਜ ਜ਼ਿਆਦਾ ਮਿਲਦਾ ਜਾਂ ਕੋਈ ਹੋਰ ਇਹਦੇ ਵਿੱਚ ਅੰਗਲੀ ਸੰਗਲੀ ਵਾਲੀ ਗੱਲ ਹੈ। ਨਿੱਜੀ ਬੈਂਕਾਂ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਦਿਲਚਸਪੀ ਲੈਂਦੇ ਹਾਂ ਤੇ ਸਾਡੀਆਂ ਸਰਕਾਰਾਂ ਜਿਹੜੀਆਂ ਸਰਕਾਰੀ ਬੈਂਕਾਂ ਉਹਨਾਂ ਦੇ ਵੱਲ ਖਿਆਲ ਨਹੀਂ ਕਰਦੀਆਂ, ਸਹਿਕਾਰੀ ਬੈਂਕਾਂ ਦੇ ਵੱਲ ਖਿਆਲ ਨਹੀਂ ਕਰਦੀਆਂ। ਸਵਾਲ ਹੀ ਸਵਾਲ ਆ। ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਜਿਹੜੇ ਪ੍ਰਧਾਨ ਨੇ ਸੁਖਦੇਵ ਸਿੰਘ ਢੀਂਡਸਾ, ਅੱਜ ਉਹਨਾਂ ਨੇ ਇੱਕ ਨਵੀਂ ਮੱਲ ਮਾਰੀ ਹੈ। ਉਹਨਾਂ ਦੇ ਵੱਲੋਂ ਰਣਜੀਤ ਸਿੰਘ ਤਲਵੰਡੀ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਅਸੀਂ ਕੱਲ੍ਹ ਵੀ ਖਬਰ ਸਾਂਝੀ ਕੀਤੀ ਸੀ ਕਿ ਢੀਂਡਸਾ ਪਰਿਵਾਰ ਦੀ, ਉਹਨਾਂ ਦੇ ਸਮਰਥਕਾਂ ਦੀ, GK ਗਰੁੱਪ ਦੀ, ਬਾਕੀ ਕਈਆਂ ਦੀ ਇਸ ਵਕਤ ਇੱਛਾ ਇਹ ਹੈ ਕਿ ਦਿੱਲੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਸਰਗਰਮੀ ਦੇ ਨਾਲ ਹਿੱਸਾ ਲਿਆ ਜਾਵੇ, ਇੱਥੇ ਮੱਲ ਮਾਰੀ ਜਾਵੇ, ਫਿਰ ਪੰਜਾਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਵਿੱਚ ਮੱਲ ਮਾਰੀ ਜਾਵੇ, ਫਿਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਾਸਤੇ ਅਸੀਂ ਸਰਗਰਮੀ ਨਾਲ ਹੰਭਲਾ ਮਾਰਾਂਗੇ। ਇਹ ਵਕਤ ਦੱਸੂਗਾ ਕਿ ਦਿੱਲੀ ਕਮੇਟੀ ਦੇ ਵਿੱਚ ਕਿਹੋ ਜਿਹੀ ਸਰਗਰਮੀ ਹੁੰਦੀ ਹੈ, ਕਿਉਂਕਿ ਅਗਲੇ ਸਾਲ ਦੇ ਵਿੱਚ ਇਹ ਚੋਣਾਂ ਹੋਣੀਆਂ। ਪਰ ਅੱਜ ਤਲਵੰਡੀ ਹੋਰਾਂ ਨੂੰ ਸ਼ਾਮਲ ਕਰਕੇ ਸੁਖਦੇਵ ਸਿੰਘ ਢੀਂਡਸਾ ਬਾਗੋ ਬਾਗ ਸੀ। ਇਹ ਵੱਖਰੀ ਗੱਲ ਹੈ ਕਿ ਜਦੋਂ ਉੱਥੇ ਇਕੱਠ ਕੀਤਾ ਗਿਆ, ਮਾਸਕ ਕਈਆਂ ਨੇ ਨਹੀਂ ਸੀ ਪਹਿਨੇ, ਕਈਆਂ ਨੇ ਉੱਥੇ ਸਰੀਰਕ ਦੂਰੀ ਦਾ ਪਾਲਣ ਨਹੀਂ ਕੀਤਾ ਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ, ਬਾਅਦ ਵਿੱਚ ਕਰਾਂਗੇ ਟਿੱਪਣੀ। ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਬਹੁਤ ਸਾਰੇ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਆ ਖਲੋਤੇ ਨੇ, ਜਿਨ੍ਹਾਂ ਦੇ ਵਿੱਚ ਇੱਕ ਹੋਰ ਨਾਂ ਹੁਣ ਮਰਹੂਮ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਤੇ ਸਾਬਕਾ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਤਲਵੰਡੀ ਦਾ ਵੀ ਜੁੜ ਚੁੱਕਿਆ। ਜਥੇਦਾਰ ਰਣਜੀਤ ਸਿੰਘ ਤਲਵੰਡੀ ਅੱਜ ਆਪਣੇ ਸਾਥੀਆਂ ਸਮੇਤ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਇਸ ਮੌਕੇ ਤੇ ਤਲਵੰਡੀ ਨੇ ਸੁਖਬੀਰ ਬਾਦਲ ਨੂੰ ਬਿਜ਼ਨਸਮੈਨ ਕਿਹਾ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਕੋਲ ਪ੍ਰਧਾਨਗੀ ਵਾਸਤੇ ਤਜਰਬਾ ਨਹੀਂ ਸੀ। ਉਹਨਾਂ SGPC ਦੇ ਫੰਡਾਂ ਦੀ ਦੁਰਵਰਤੋਂ ਦਾ ਵੀ ਦੋਸ਼ ਲਾਇਆ। ਜਥੇਦਾਰ ਤਲਵੰਡੀ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਕਾਰਪੋਰੇਟ ਘਰਾਣਿਆਂ ਦੀ ਪਾਰਟੀ ਬਣਾ ਦਿੱਤਾ ਹੈ। ਹੁਣ ਢੀਂਡਸਾ ਨੇ ਅਕਾਲੀ ਦਲ ਦੀ ਹੋਂਦ ਬਚਾਉਣ ਦੇ ਲਈ ਇਹ ਪਹਿਲ ਕਦਮੀ ਕੀਤੀ ਹੈ, ਜਿਸ ਕਰਕੇ ਉਹਨਾਂ ਬਿਨਾਂ ਕਿਸੇ ਲਾਲਚ ਤੋਂ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਣਦੇਖੀ ਦਾ ਸ਼ਿਕਾਰ ਹੋਏ ਪੁਰਾਣੇ ਸਾਥੀਆਂ ਤੇ ਵਫਾਦਾਰ ਵਰਕਰਾਂ ਨੂੰ ਪੰਥ ਦੀ ਸੇਵਾ ਦੇ ਵਿੱਚ ਲਾਉਣ ਦੇ ਲਈ ਉਹ ਘਰ ਘਰ ਜਾਣਗੇ। ਢੀਂਡਸਾ ਨੇ ਕਿਹਾ ਕਿ ਹੋਰ ਵੀ ਬਹੁਤ ਸਾਰੇ ਪਰਿਵਾਰ ਬਾਦਲ ਦਲ ਛੱਡ ਕੇ ਸਾਡੇ ਨਾਲ ਖੜਨ ਵਾਸਤੇ ਤਿਆਰ ਹਨ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ
ਸੁਖਦੇਵ ਸਿੰਘ ਢੀਂਡਸਾ ਗਰੁੱਪ ਸਰਗਰਮੀ ਲਗਾਤਾਰ ਫੜ ਰਿਹਾ, ਜਿਹਦੇ ਕਰਕੇ ਅਕਾਲੀ ਦਲ ਬਾਦਲ ਦੇ ਸਮਰਥਕ ਨੇ ਜਿਹੜੇ ਜਾਂ ਨੇਤਾ ਨੇ ਜਿਹੜੇ, ਉਹਨਾਂ ਦੀਆਂ ਚੁਣੌਤੀਆਂ ਦੇ ਵਿੱਚ, ਉਹਨਾਂ ਦੇ ਫਿਕਰਾਂ ਦੇ ਵਿੱਚ ਵਾਧਾ ਹੋਣਾ ਕੁਦਰਤੀ ਹੈ। ਪਰ ਹਾਲੇ ਅਸੀਂ ਇਹ ਨਹੀਂ ਕਹਿ ਸਕਦੇ ਕਿ 2022 ਦੀਆਂ ਚੋਣਾਂ ਦੇ ਮੱਦੇਨਜ਼ਰ ਬਹੁਤ ਕਮਾਲ ਕਰ ਦਿੱਤੀ ਜਾਣੀ ਹੈ, ਕਿਉਂਕਿ ਰਾਜਨੀਤੀ ਦੇ ਵਿੱਚ 1.5 ਸਾਲ ਪਹਿਲਾਂ ਜੇਕਰ ਅੰਦਾਜ਼ਾ ਲਾਇਆ ਜਾਵੇ ਤਾਂ ਇਹ ਵੀ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ, ਕਿਉਂਕਿ ਇੱਕ ਰਾਤ ਦੇ ਵਿੱਚ ਵੀ ਚੱਕਰੀ ਘੁੰਮਦੀ ਹੁੰਦੀ ਹੈ। ਵੋਟਾਂ ਵਾਲੀ ਰਾਤ ਨੂੰ ਬੜਾ ਕੁਝ ਹੁੰਦਾ। ਸੋ ਸੁਖਦੇਵ ਸਿੰਘ ਢੀਂਡਸਾ ਹੋਰੀ ਤੇ ਉਹਨਾਂ ਦੇ ਸਮਰਥਕ ਨੇ ਜਿਹੜੇ ਉਹਨਾਂ ਦੇ ਸਾਥੀ ਨੇ, ਉਹ ਕੀ ਆਉਂਦੇ ਸਮੇਂ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਨਗੇ, ਕੀ ਉਹ ਚਮਤਕਾਰ ਪੇਸ਼ ਕਰਕੇ ਦਿਖਾਉਣਗੇ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਹੋਈ ਹੈ। ਕਈ ਲੋਕ ਇਹ ਗੱਲ ਕਹਿੰਦੇ ਆ ਕਿ ਭਾਜਪਾ ਦੇ ਥਾਪੜੇ ਕਰਕੇ ਢੀਂਡਸਾ ਸਾਹਿਬ ਇਹ ਸਭ ਕੁਝ ਕਰ ਰਹੇ ਆ। ਕਈ ਲੋਕਾਂ ਦਾ ਇਹ ਕਹਿਣਾ ਕਿ ਨਹੀਂ, ਇਹਦੇ ਪਿੱਛੇ ਹੋਰ ਬਹੁਤ ਸਾਰੇ ਕਾਰਨ ਹੈਗੇ ਆ। ਕਾਰਨ ਕੋਈ ਵੀ ਹੋਵੇ, ਪੰਜਾਬ ਦੀ ਰਾਜਨੀਤੀ ਦੇ ਵਿੱਚ ਖਲਾ ਤਾਂ ਹੈਗਾ। ਲੋਕ ਚਾਹੁੰਦੇ ਆ ਕਿ ਦਿਲਚਸਪੀ ਪੈਦਾ ਹੋਵੇ, ਪਰ ਲੋਕਾਂ ਦਾ ਭਰੋਸਾ ਇਸ ਵਕਤ ਤਿੜਕਿਆ ਜੇ ਪਿਆ। ਇਸ ਤਿੜਕੇ ਹੋਏ ਭਰੋਸੇ ਨੂੰ ਬਹਾਲ ਕਰਨ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਨੂੰ ਹਮਲਾ ਉਚੇਚੇ ਤੌਰ ਦੇ ਉੱਤੇ ਮਾਰਨਾ ਪੈਣਾ। ਜਿਹੜਾ ਹਮਲਾ ਇਹ ਆਪਣੇ ਨਿੱਜੀ ਹਿੱਤਾਂ ਲਈ ਮਾਰਦੇ ਆ, ਜੇਕਰ ਉਹ ਲੋਕ ਹਿੱਤਾਂ ਦੇ ਲਈ ਮਾਰਿਆ ਜਾਊਗਾ, ਲੋਕ ਤਾਂ ਨਾਲ ਤੁਰਨਗੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।